पॉलिटिकल ग्रोथ जो टॉपिक है पूरा हैगा राइज ऑफ पॉलिटिकल कॉन्शियसनेस इन इंडिया एंड इंडियन नेशनल कांग्रेस 1885-1905। तो अज द टॉपिक मैं स्टार्ट करन लगी हाँ ग्रोथ ऑफ पॉलिटिकल कॉन्शियसनेस कॉजेज ऑफ राइज ऑफ पॉलिटिकल कॉन्शियसनेस। 1857 ईस्वी के विद्रोह तो भी बहुत पहला बंगाल के प्रसिद्ध सुधारक राजा राम मोहन राय ने ਭਾਰਤ ਦੀ ਅੰਗਰੇਜ਼ੀ ਸਰਕਾਰ ਦੇ ਕਈ ਕੰਮਾਂ ਦਾ ਵਿਰੋਧ ਕੀਤਾ ਸੀ ਅਤੇ ਭਾਰਤ ਦੇ ਸ਼ਾਸਨ ਪ੍ਰਬੰਧ ਵਿੱਚ ਸੁਧਾਰ ਕਰਨ ਦੀ ਲੋੜ ਦਾ ਬੜੇ ਜ਼ੋਰ ਨਾਲ ਪ੍ਰਚਾਰ ਕੀਤਾ ਸੀ। ਅਨੇਕਾਂ ਕਾਰਨਾਂ ਦੇ ਕਰਕੇ ਭਾਰਤੀ ਲੋਕਾਂ ਵਿੱਚ ਰਾਜਨੀਤਿਕ ਚੇਤਨਾ ਦਾ ਉਭਾਰ ਹੋਣ ਲੱਗਾ। ਭਾਰਤ ਦੇ ਵੱਖ-ਵੱਖ ਪ੍ਰਾਂਤਾਂ ਵਿੱਚ ਸਮੇਂ-ਸਮੇਂ 'ਤੇ ਕਈ ਰਾਜਨੀਤਿਕ ਸੰਘ ਵੀ ਬਣੇ, ਜਿਸ ਤਰ੍ਹਾਂ ਕਿ ਲੈਂਡ ਹੋਲਡਰ ਸੁਸਾਇਟੀ, ਬੰਗਾਲ ਬ੍ਰਿਟਿਸ਼ ਇੰਡੀਆ ਸੁਸਾਇਟੀ, ब्रिटिश इंडियन एसोसिएशन, बॉम्बे प्रेसिडेंसी एसोसिएशन, मद्रास महाजन सभा। इन्हां सारे संघ संस्थावां दा उद्देश भारतीय शासन प्रबंध ਵਿੱਚ सुधार करन दी ਮੰਗ करना सी। ਭਾਰਤੀਆਂ ਲਈ नागरिक ਅਤੇ राजनीतिक अधिकार प्राप्त करना सी, परंतु ਇਹ ਸੰਘ ਵਿੱਚੋਂ ਕਿਸੇ ਨੂੰ ਵੀ ਆਪਣੇ ਉਦੇਸ਼ ਦੀ ਪੂਰਤੀ ਵਿੱਚ ਸਫਲਤਾ ਨਾ ਹੋਈ। 1885 ਈਸਵੀ ਵਿੱਚ ਭਾਰਤ ਦੇ ਸਭ ਤੋਂ ਪ੍ਰਸਿੱਧ ਰਾਸ਼ਟਰੀ ਸੰਸਥਾ ਇੰਡੀਅਨ ਨੈਸ਼ਨਲ ਕਾਂਗਰਸ ਦਾ ਜਨਮ ਹੋਇਆ, ਜਿਸ ਨੇ ਭਾਰਤੀ ਲੋਕਾਂ ਵਿੱਚ ਜਾਗ੍ਰਿਤੀ ਲਿਆਉਣ ਵਿੱਚ ਸਭ ਤੋਂ ਵੱਧ ਮਹੱਤਵਪੂਰਨ ਭਾਗ ਲਿਆ। 1885 ਈਸਵੀ ਤੋਂ 1905 ਈਸਵੀ ਤੱਕ ਇਸ ਉੱਤੇ ਉਦਾਰ ਅਤੇ ਨਰਮ ਵਿਚਾਰਾਂ ਦੇ ਨੇਤਾਵਾਂ ਦਾ ਅਸਰ ਰਿਹਾ। 19ਵੀਂ ਸਦੀ ਦੇ ਦੂਸਰੇ ਮੱਧ ਵਿੱਚ ਭਾਰਤੀਆਂ ਵਿੱਚ ਰਾਸ਼ਟਰੀ ਚੇਤਨਾ ਦਾ ਪ੍ਰਸਾਰ ਬੜੀ ਤੇਜ਼ੀ ਨਾਲ ਹੋਣ ਲੱਗਾ ਸੀ। ਇਸ ਦੇ ਅੰਦਰੂਨੀ ਅਤੇ ਕਈ ਬਾਹਰੀ ਕਾਰਨ ਜ਼ਿੰਮੇਵਾਰ ਸਨ। ਇਹਨਾਂ ਕਾਰਨਾਂ ਦਾ ਸੰਖੇਪ ਵਿੱਚ ਵਰਣਨ ਅਸੀਂ ਕਰਾਂਗੇ। ਰਾਜਨੀਤਿਕ ਜਾਗ੍ਰਿਤੀ ਦੇ ਉਹਦੇ ਦੇ ਕਾਰਨ ਕਿਹੜੇ ਸਨ? ਉਹਨਾਂ ਵਿੱਚੋਂ ਪਹਿਲਾ ਆਉਂਦਾ ਆ ਸੋਸ਼ੀਓ ਰਿਲੀਜੀਅਸ ਰਿਫਾਰਮ ਮੂਵਮੈਂਟ। 19ਵੀਂ ਸਦੀ ਵਿੱਚ ਚੱਲੇ ਸਮਾਜਿਕ ਅਤੇ ਧਾਰਮਿਕ ਅੰਦੋਲਨਾਂ ਨੇ ਭਾਰਤੀਆਂ ਵਿੱਚ ਰਾਸ਼ਟਰੀ ਚੇਤਨਾ ਪੈਦਾ ਕਰਨ ਵਿੱਚ ਬਹੁਤ ਯੋਗਦਾਨ ਦਿੱਤਾ। ਇਹਨਾਂ ਅੰਦੋਲਨਾਂ ਦੀ ਕਮੀ ਵਿੱਚ ਰਾਸ਼ਟਰੀ ਚੇਤਨਾ ਦਾ ਪੈਦਾ ਹੋਣਾ ਅਸੰਭਵ ਸੀ। ਇਸ ਗੱਲ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿ ਕਿਸ ਤਰ੍ਹਾਂ ਇਹਨਾਂ ਸੁਧਾਰ ਅੰਦੋਲਨਾਂ ਨੇ ਰਾਸ਼ਟਰੀ ਚੇਤਨਾ ਦੇ ਵਿਕਾਸ ਵਿੱਚ ਯੋਗਦਾਨ ਦਿੱਤਾ। 1828 ਵਿੱਚ ਕਲਕੱਤਾ ਵਿੱਚ ਸਥਾਪਿਤ ਬ੍ਰਹਮੋ ਸਮਾਜ ਤੋਂ ਠੀਕ ਪਹਿਲਾਂ 200 ਸਾਲ ਭਾਰਤ ਲਈ ਹਨੇਰੇ ਦੇ ਕਾਲੇ ਬੱਦਲਾਂ ਵਾਂਗ ਸੀ। ਹਿੰਦੂ ਧਰਮ, ਜਿਸ ਨੇ ਅਤੀਤ ਵਿੱਚ ਇੱਕ ਮਹਾਨ ਸੰਸਕ੍ਰਿਤੀ ਨੂੰ ਜਨਮ ਦਿੱਤਾ ਸੀ, ਆਪਣੇ ਸਭ ਤੋਂ ਹੇਠਲੇ ਪੱਧਰ 'ਤੇ ਸੀ। ਭਾਰਤੀ ਲੋਕ ਵੇਦ ਅਤੇ ਉਪਨਿਸ਼ਦ ਵਿੱਚ ਦਿਖਾਏ ਗਏ ਸੱਚ ਨੂੰ ਭੁੱਲ ਚੁੱਕੇ ਸਨ। ਉਹਨਾਂ ਦੀ ਥਾਂ ਹੁਣ ਅੰਧ ਵਿਸ਼ਵਾਸ, ਫਾਲਤੂ ਦੇ ਰੀਤੀ ਰਿਵਾਜ਼ਾਂ ਨੇ ਲੈ ਲਈ ਸੀ। ਵੱਖ-ਵੱਖ ਤਰ੍ਹਾਂ ਦੇ ਦੇਵੀ ਦੇਵਤਿਆਂ, ਪਸ਼ੂਆਂ, ਕਬਰਾਂ, ਸੱਪ, ਦਰੱਖਤ, ਇਹਨਾਂ ਦੀ ਪੂਜਾ ਸ਼ੁਰੂ ਹੋ ਚੁੱਕੀ ਸੀਗੀ। ਸਭ ਤੋਂ ਵੱਡੀ ਗੱਲ ਇਹ ਸੀ ਕਿ ਬਹੁਤ ਸਾਰੀਆਂ ਕੁਰੀਤੀਆਂ, ਪਰਦਾ ਪ੍ਰਥਾ, ਸਤੀ ਪ੍ਰਥਾ, ਨਵਜਾਤ ਬੱਚਿਆਂ ਦੀ ਹੱਤਿਆ, ਦਾਜ ਪ੍ਰਥਾ, ਦੇਵਦਾਸੀ, ਜਾਤੀ ਪ੍ਰਥਾ, ਇਹੋ ਜਿਹੀ ਕੁਰੀਤੀਆਂ ਸਨ। ਇਸੇ ਟਾਈਮ 'ਤੇ ਈਸਾਈ ਮਿਸ਼ਨਰੀਆਂ ਵੱਲੋਂ ਲੋਕਾਂ ਦੇ ਧਾਰਮਿਕ ਕੰਮਾਂ ਅਤੇ ਮਾਨਤਾਵਾਂ ਨੂੰ ਸੱਟ ਪਹੁੰਚਾਉਣਾ ਸੀ। ਨਤੀਜੇ ਵਜੋਂ ਹਿੰਦੂ ਧਰਮ ਦਾ ਕਿਲਾ ਬੁਰੀ ਤਰ੍ਹਾਂ ਢਹਿ ਢੇਰੀ ਹੋਣ ਲੱਗ ਪਿਆ। ਇਸ ਦੀ ਵਿਵਸਥਾ ਵਿੱਚ ਕਿਸੇ ਤਰ੍ਹਾਂ ਦੀ ਰਾਜਨੀਤਿਕ ਜਾਗ੍ਰਿਤੀ ਅਸੰਭਵ ਸੀ। ਇਸ ਲਈ ਜ਼ਰੂਰੀ ਸੀ ਕਿ ਲੋਕਾਂ ਦਾ ਆਪਣੇ ਅਤੀਤ ਅਤੇ ਆਪਣੇ ਆਪ ਵਿੱਚ ਦੁਬਾਰਾ ਵਿਸ਼ਵਾਸ ਸਥਾਪਿਤ ਕਰਨਾ ਔਰ ਉਹਨਾਂ ਵਿੱਚ ਰਾਸ਼ਟਰੀ ਜਾਗ੍ਰਿਤੀ ਸੰਭਵ ਹੋ ਸਕੇ। ਇਸ ਖੇਤਰ ਵਿੱਚ ਬ੍ਰਹਮੋ ਸਮਾਜ ਦੇ ਸੰਸਥਾਪਕ ਰਾਜਾ ਰਾਮ ਮੋਹਨ ਰਾਏ 19ਵੀਂ ਸਦੀ ਦੇ ਸਭ ਪਹਿਲੇ ਮੁੱਖ ਵਿਅਕਤੀ ਸਨ, ਜਿਨ੍ਹਾਂ ਨੇ ਦੇਵਦਾਸੀਆਂ ਨੂੰ ਜਾਗਰਿਤ ਕਰਨ ਦਾ ਬੀੜਾ ਚੁੱਕਿਆ। ਉਹਨਾਂ ਨੇ ਹਿੰਦੂ ਧਰਮ ਦਾ ਡੂੰਘਾ ਅਧਿਐਨ ਕੀਤਾ ਅਤੇ ਉਸ ਦਾ ਸਹੀ ਰੂਪ ਲੋਕਾਂ ਦੇ ਸਾਹਮਣੇ ਲਿਆਂਦਾ। ਇੱਕ ਈਸ਼ਵਰ ਦੀ ਵਿੱਚ ਵਿਸ਼ਵਾਸ, ਪ੍ਰੈਸ ਦੀ ਆਜ਼ਾਦੀ, ਕਿਸਾਨਾਂ ਦੀ ਦਸ਼ਾ, ਇਹੋ ਜਿਹੇ ਨੇ ਬਹੁਤ ਸਾਰੇ ਯੋਗਦਾਨ ਕੰਮ ਕੀਤੇ। ਇਸ ਤੋਂ ਇਲਾਵਾ ਆਰੀਆ ਸਮਾਜ, ਥੀਓਸੋਫਿਕਲ ਸੁਸਾਇਟੀ, ਸਵਾਮੀ ਵਿਵੇਕਾਨੰਦ ਜੀ ਵੱਲੋਂ ਕੀਤੇ ਹੋਏ ਕੰਮ ਨੇ ਵੀ ਇਸ ਵਿੱਚ ਬਹੁਤ ਹਿੱਸਾ ਪਾਇਆ। ਵੈਸਟਰਨ ਐਜੂਕੇਸ਼ਨ, ਪੱਛਮੀ ਸਿੱਖਿਆ। ਭਾਰਤ ਵਿੱਚ ਪੱਛਮੀ ਸਿੱਖਿਆ ਦੇ ਪ੍ਰਸਾਰ ਨੇ ਰਾਸ਼ਟਰੀ ਚੇਤਨਾ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ। ਇਸ ਨੂੰ ਸ਼ੁਰੂ ਕਰਨ ਵਿੱਚ ਅੰਗਰੇਜ਼ਾਂ ਦਾ ਉਦੇਸ਼ ਬੜਾ ਸੀਮਿਤ ਸੀ। ਉਹ ਭਾਰਤ ਵਿੱਚ ਇੱਕ ਅਜਿਹੇ ਪੜ੍ਹੇ ਲਿਖੇ ਵਰਗ ਦਾ ਨਿਰਮਾਣ ਕਰਨਾ ਚਾਹੁੰਦੇ ਸਨ ਜੋ ਕਿ ਅੰਗਰੇਜ਼ਾਂ ਅਤੇ ਭਾਰਤੀਆਂ ਵਿਚਕਾਰ ਇੱਕ ਕੜੀ ਦਾ ਕੰਮ ਕਰ ਸਕਣ।
ਪੱਛਮੀ ਸਿੱਖਿਆ ਦਾ ਪ੍ਰਸਾਰ ਭਾਰਤੀਆਂ ਲਈ ਇੱਕ ਵਰਦਾਨ ਸਿੱਧ ਹੋਇਆ। ਉਹਨਾਂ ਨੇ ਵਾਲਟੀਅਰ, ਰੂਸੋ, ਬਰਕ, ਬੈਂਥਮ, ਮਿਲ, ਲੌਕ, ਮਾਰਕਸ, ਸਪੈਂਸਰ ਇਹਨਾਂ ਸਾਰਿਆਂ ਦੇ ਲੇਖਾਂ ਨੂੰ ਪੜ੍ਹਿਆ ਅਤੇ ਕਾਫੀ ਪ੍ਰਭਾਵਿਤ ਹੋਏ। ਉਹਨਾਂ ਨੂੰ ਲੋਕਤੰਤਰ, ਸੁਤੰਤਰਤਾ, ਸਰਕਾਰ ਦੇ ਕੰਮ, ਨਾਗਰਿਕ ਦੇ ਅਧਿਕਾਰ ਇਹੋ ਜਿਹੀਆਂ ਗੱਲਾਂ ਦਾ ਪਤਾ ਲੱਗਣ ਲੱਗ ਪਿਆ। ਉਹਨਾਂ ਦੇ ਮਨ ਵਿੱਚ ਅਮਰੀਕਾ ਦੇ ਸੁਤੰਤਰਤਾ ਸੰਗਰਾਮ, ਫਰਾਂਸ ਦੀ ਕ੍ਰਾਂਤੀ, ਨੈਪੋਲੀਅਨ, ਮੈਜਨੀ, ਗੈਰੀਬਾਲਡੀ, ਬਿਸਮੌਕ ਦੇ ਬਹਾਦਰੀਆਂ ਦੇ ਕਾਰਨਾਮਿਆਂ ਦਾ ਡੂੰਘਾ ਪ੍ਰਭਾਵ ਪਿਆ। ਇਸ ਕਾਰਨ ਪੜ੍ਹੇ ਲਿਖੇ ਭਾਰਤੀਆਂ ਵਿੱਚ ਏਕਤਾ ਪੈਦਾ ਹੋਣ ਲੱਗ ਪਈ। ਇਹਨਾਂ ਭਾਰਤੀਆਂ ਨੇ ਬਾਅਦ ਵਿੱਚ ਭਾਰਤ ਦੀ ਸੁਤੰਤਰਤਾ ਸੰਗਰਾਮ ਵਿੱਚ ਮੁੱਖ ਭੂਮਿਕਾ ਨਿਭਾਈ। ਦ ਇੰਡੀਅਨ ਪ੍ਰੈਸ ਐਂਡ ਲਿਟਰੇਚਰ, ਭਾਰਤੀ ਪ੍ਰੈਸ ਅਤੇ ਸਾਹਿਤ। ਭਾਰਤ ਦੀ ਅੰਗਰੇਜ਼ੀ ਅਤੇ ਦੇਸੀ ਭਾਸ਼ਾਵਾਂ ਦੀ ਪ੍ਰੈਸ ਨੇ ਰਾਸ਼ਟਰੀ ਚੇਤਨਾ ਨੂੰ ਜਗਾਉਣ ਵਿੱਚ ਵੀ ਕਾਫੀ ਹਿੱਸਾ ਪਾਇਆ। 19ਵੀਂ ਸਦੀ ਦੇ ਦੌਰਾਨ ਪ੍ਰੈਸ ਲਗਾਤਾਰ ਉੱਨਤੀ ਕਰ ਰਹੀ ਸੀ। ਉਹ ਅਖਬਾਰ ਜਿਨ੍ਹਾਂ ਨੂੰ ਰਾਸ਼ਟਰਵਾਦੀ ਚਲਾਉਂਦੇ ਸਨ, ਰਾਸ਼ਟਰੀ ਚੇਤਨਾ ਦਾ ਪ੍ਰਚਾਰ ਕਰਦੇ ਸਨ, ਸਰਕਾਰ ਦੀਆਂ ਜਨ ਵਿਰੋਧੀ ਨੀਤੀਆਂ ਅਤੇ ਕੰਮਾਂ ਦੀ ਆਲੋਚਨਾ ਕਰਦੇ ਸਨ। ਇਹਨਾਂ ਅਖਬਾਰਾਂ ਵਿੱਚ ਭਾਰਤੀ ਜਨਤਾ ਦੇ ਕਸ਼ਟਾਂ ਨੂੰ ਉਜਾਗਰ ਕੀਤਾ ਜਾਂਦਾ ਸੀ। ਨਾਲ ਹੀ ਉਹਨਾਂ ਦੀਆਂ ਸਮਾਜਿਕ, ਆਰਥਿਕ, ਰਾਜਨੀਤਿਕ ਮੰਗਾਂ ਨੂੰ ਵੀ ਰੱਖਿਆ ਜਾਂਦਾ ਸੀ। ਇਹ ਅਖਬਾਰ ਦੇਸ਼ ਵਿਦੇਸ਼ ਵਿੱਚ ਹੋ ਰਹੀਆਂ ਘਟਨਾਵਾਂ ਦੀ ਵੀ ਜਾਣਕਾਰੀ ਦਿੰਦੇ ਸਨ। ਆਜ਼ਾਦੀ ਦੀ ਲੜਾਈ ਦੇ ਦੌਰਾਨ ਇਹਨਾਂ ਅਖਬਾਰਾਂ ਨੇ ਅੰਗਰੇਜ਼ਾਂ ਵਿਰੁੱਧ ਭਾਵਨਾਵਾਂ ਨੂੰ ਉਕਸਾਉਣ ਦਾ ਕੰਮ ਕੀਤਾ। ਉਸ ਵੇਲੇ ਕੁਝ ਕੁ ਅਖਬਾਰਾਂ ਸਨ, ਜਿਵੇਂ ਕਿ ਅੰਮ੍ਰਿਤ ਬਜ਼ਾਰ ਪੱਤਰਿਕਾ, ਦ ਇੰਡੀਅਨ ਮਿਰਰ, ਦ ਹਿੰਦੂ ਪੈਟਰੀਓਟਸ, ਦ ਮਰਾਠਾ, ਦ ਕੇਸਰੀ, ਦ ਰਸ ਗੁਫਤਾਰ, ਦ ਹਿੰਦੁਸਤਾਨ, ਦ ਆਜ਼ਾਦ, ਦ ਹਿੰਦੂ, ਦ ਟ੍ਰਿਬਿਊਨ, ਦ ਕੋਹਿਨੂਰ, ਅਖਬਾਰ ਆਜ਼ਮ। ਰੇਸ਼ੀਅਲ ਡਿਸਕ੍ਰਿਮੀਨੇਸ਼ਨ, ਅੰਗਰੇਜ਼ੀ ਸਰਕਾਰ ਵੱਲੋਂ ਅਪਣਾਈ ਜਾਣ ਵਾਲੀ ਜਾਤੀ ਭੇਦਭਾਵ ਦੀ ਭਾਵਨਾ ਭਾਰਤੀਆਂ ਵਿੱਚ ਰਾਸ਼ਟਰੀ ਚੇਤਨਾ ਪੈਦਾ ਕਰਨ ਵਿੱਚ ਕਾਫੀ ਸਹਾਇਕ ਸਿੱਧ ਹੋਈ। 1857 ਈਸਵੀ ਦੇ ਬਾਅਦ ਵਿੱਚ ਸਥਿਤੀ ਹੋਰ ਵੀ ਗੰਭੀਰ ਹੋ ਗਈ। ਭਾਰਤ ਅਤੇ ਭਾਰਤੀਆਂ ਨੂੰ ਲਗਾਤਾਰ ਅਪਮਾਨ ਦੀ ਪ੍ਰਕਿਰਿਆ ਵਿੱਚੋਂ ਗੁਜ਼ਰਨਾ ਪੈਂਦਾ ਸੀ। 1858 ਵਿੱਚ ਮਹਾਰਾਣੀ ਵਿਕਟੋਰੀਆ ਦੇ ਘੋਸ਼ਣਾ ਪੱਤਰ ਵਿੱਚ ਇਹ ਵਚਨ ਦਿੱਤਾ ਗਿਆ ਸੀ ਕਿ ਅੰਗਰੇਜ਼ ਭਾਰਤੀਆਂ ਨਾਲ ਸਮਾਨਤਾ ਦਾ ਰਵੱਈਆ ਅਪਣਾਉਣਗੇ, ਪਰ ਅਸਲ ਵਿੱਚ ਇਸ 'ਤੇ ਕਦੇ ਵੀ ਅਮਲ ਨਹੀਂ ਕੀਤਾ ਗਿਆ। ਦੂਸਰੇ ਪਾਸੇ ਅੰਗਰੇਜ਼ਾਂ ਦੀ ਭਾਰਤੀਆਂ ਪ੍ਰਤੀ ਨਫ਼ਰਤ ਪਹਿਲਾਂ ਨਾਲੋਂ ਜ਼ਿਆਦਾ ਵੱਧ ਹੋ ਗਈ ਸੀ। ਭਾਰਤੀਆਂ ਨੂੰ ਚਾਹੇ ਉਹ ਕਿੰਨੇ ਵੀ ਉੱਚੇ ਅਹੁਦੇ 'ਤੇ ਨਿਯੁਕਤ ਕਿਉਂ ਨਾ ਕਰ ਦੇਣ, ਯੂਰਪੀਅਨ ਕਲੱਬ ਹੋਟਲ ਵਿੱਚ ਉਹਨਾਂ ਨੂੰ ਜਾਣ ਦੀ ਬਿਲਕੁਲ ਹੀ ਆਗਿਆ ਨਹੀਂ ਸੀ। ਨਾ ਉਹ ਰੇਲ ਗੱਡੀ ਦੇ ਕਿਸੇ ਡੱਬੇ ਅੰਗਰੇਜ਼ਾਂ ਵਾਲਿਆਂ ਦੇ ਡੱਬੇ ਵਿੱਚ ਯਾਤਰਾ ਕਰ ਸਕਦੇ ਸਨ, ਨਾ ਹੀ ਅੰਗਰੇਜ਼ਾਂ ਦੇ ਨਿਵਾਸ ਸਥਾਨ ਦੇ ਨੇੜੇ ਆਪਣਾ ਮਕਾਨ ਦਾ ਉਸਾਰੀ ਕਰਵਾ ਸਕਦੇ ਸਨ। ਭਾਰਤੀਆਂ 'ਤੇ ਬਹੁਤ ਸਾਰੀਆਂ ਹੋਰ ਵੀ ਪਾਬੰਦੀਆਂ ਲੱਗੀਆਂ ਹੋਈਆਂ ਸਨ। ਭਾਰਤੀ ਮਰੀਜ਼ਾਂ ਨੂੰ ਹਸਪਤਾਲ ਵਿੱਚ ਦਾਖਲ ਨਹੀਂ ਕੀਤਾ ਜਾਂਦਾ ਸੀ। ਕਈ ਬਾਗ ਸਿਰਫ ਅੰਗਰੇਜ਼ਾਂ ਲਈ ਹੀ ਰਿਜ਼ਰਵ ਹੁੰਦੇ ਸਨ। ਇਸ ਤੋਂ ਇਲਾਵਾ ਅੰਗਰੇਜ਼ ਭਾਰਤੀਆਂ ਨੂੰ ਕੁੱਤੇ, ਹਬਸ਼ੀ, ਬੇਵਕੂਫ ਆਦਿ ਕਹਿ ਕੇ ਅਪਮਾਨਿਤ ਕਰਦੇ ਸਨ। ਅੰਗਰੇਜ਼ ਭਾਰਤੀ ਨੌਕਰਾਂ ਦੇ ਨਾਲ ਬਹੁਤ ਮਾੜਾ ਵਿਹਾਰ ਕਰਦੇ ਸਨ, ਇੱਥੋਂ ਤੱਕ ਕਿ ਕਈ ਵਾਰ ਉਹਨਾਂ ਨੂੰ ਜਾਨ ਤੋਂ ਵੀ ਮਾਰ ਦਿੰਦੇ ਸਨ। ਸਬੂਤ ਮਿਲਣ 'ਤੇ ਬਾਵਜੂਦ ਅਦਾਲਤਾਂ ਵੱਲੋਂ ਉਹਨਾਂ ਨੂੰ ਰਿਹਾ ਕਰ ਦਿੱਤਾ ਜਾਂਦਾ ਸੀਗਾ। ਦੂਸਰੇ ਪਾਸੇ ਜੇ ਕੋਈ ਭਾਰਤੀ ਛੋਟਾ ਜਿਹਾ ਵੀ ਜੁਰਮ ਕਰਦਾ ਸੀ ਤਾਂ ਉਸਨੂੰ ਸਖਤ ਸਜ਼ਾ ਦਿੱਤੀ ਜਾਂਦੀ ਸੀ, ਸਖਤ ਕਦਮ ਚੁੱਕੇ ਜਾਂਦੇ ਸਨ। ਭਾਰਤ ਦੇ ਅਤੀਤ ਦੀ ਖੋਜ, ਰੀਡਿਸਕਵਰੀ ਆਫ ਇੰਡੀਅਨ ਪਾਸਟ। ਨੈਕਸਟ ਪੁਆਇੰਟ, 19ਵੀਂ ਸਦੀ ਤੋਂ ਪਹਿਲਾਂ ਬਹੁਤ ਸਾਰੇ ਭਾਰਤੀਆਂ ਵਿੱਚ ਆਤਮ ਵਿਸ਼ਵਾਸ ਦੀ ਭਾਵਨਾ ਖਤਮ ਹੋ ਚੁੱਕੀ ਸੀ। ਅੰਗਰੇਜ਼ਾਂ ਨੇ ਉਹਨਾਂ ਵਿੱਚ ਇਹ ਹੀਨ ਭਾਵਨਾ ਪੈਦਾ ਕਰ ਦਿੱਤੀ ਸੀ ਕਿ ਉਹ ਗਵਾਰ ਹਨ, ਉਹ ਰਾਜ ਕਰਨ ਯੋਗ ਨਹੀਂ ਹਨ, ਉਹ ਰਾਜਾ ਨਹੀਂ ਬਣ ਸਕਦੇ ਹਨ। ਉਹਨਾਂ ਦੀ ਕਿਸਮਤ ਵਿੱਚ ਹੀ ਇਹ ਲਿਖਿਆ ਹੈ ਕਿ ਵਿਦੇਸ਼ੀ ਲੋਕ ਉਹਨਾਂ 'ਤੇ ਰਾਜ ਕਰਨ। 19ਵੀਂ ਸਦੀ ਵਿੱਚ ਬਹੁਤ ਸਾਰੇ ਯੂਰਪੀਅਨ ਅਤੇ ਭਾਰਤੀ ਵਿਦਵਾਨ, ਜਿਨ੍ਹਾਂ ਵਿੱਚ ਵਿਲੀਅਮ ਜੋਨਸ, ਮੈਕਸ ਮੂਲਰ, ਅਲੈਗਜ਼ੈਂਡਰ ਕਨਿੰਗਮ, ਆਰ.ਜੀ. ਭੰਡਾਰਕਰ, S.P. ਸ਼ਾਸਤਰੀ ਆਦਿ ਨੇ ਨਾਂ ਬਹੁਤ ਪ੍ਰਸਿੱਧ ਹਨ, ਨੇ ਆਪਣੀਆਂ ਖੋਜਾਂ ਅਤੇ ਲੇਖਾਂ ਰਾਹੀਂ ਇਹ ਸਿੱਧ ਕਰ ਦਿੱਤਾ ਕਿ ਪ੍ਰਾਚੀਨ ਭਾਰਤੀ ਸੱਭਿਅਤਾ ਬੜੀ ਮਹਾਨ ਸੀ। ਉਹਨਾਂ ਦੀਆਂ ਖੋਜਾਂ ਨੇ ਭਾਰਤੀਆਂ ਵਿੱਚ ਇੱਕ ਨਵੇਂ ਉਤਸ਼ਾਹ ਦਾ ਸੰਚਾਰ ਕੀਤਾ। ਇਸ ਦੇ ਨਾਲ ਹੀ ਪ੍ਰਾਚੀਨ ਭਾਰਤ ਦੇ ਅਧਿਐਨ ਦੇ ਨਵੇਂ ਰਸਤੇ ਖੁੱਲ੍ਹ ਗਏ। ਅਲੈਗਜ਼ੈਂਡਰ ਕਨਿੰਗਮ, ਜੇਮਸ ਪ੍ਰਿੰਸਪ, ਯੌਨ ਮਾਰਸ਼ਲ ਆਦਿ ਪੁਰਾਤਨ ਮਾਹਿਰਾਂ ਨੇ ਭਾਰਤ ਦੇ ਮਹਾਨ ਪ੍ਰਾਚੀਨ ਇਤਿਹਾਸ ਵਿੱਚ ਰੌਸ਼ਨੀ ਪਾਈ। ਉਹਨੇ ਇਸ ਦੀ ਤੁਲਨਾ ਯੂਨਾਨ ਅਤੇ ਰੋਮ ਦੇ ਇਤਿਹਾਸ ਨਾਲ ਕੀਤੀ। ਜਦੋਂ ਭਾਰਤੀਆਂ ਨੂੰ ਆਪਣੀ ਗੌਰਵਸ਼ਾਲੀ ਪ੍ਰਾਚੀਨ ਸੱਭਿਅਤਾ ਸੰਸਕ੍ਰਿਤੀ ਦੇ ਬਾਰੇ ਵਿੱਚ ਜਾਣਕਾਰੀ ਪ੍ਰਾਪਤ ਹੋਈ ਤਾਂ ਉਹਨਾਂ ਵਿੱਚ ਹੀਨਤਾ ਦੀ ਭਾਵਨਾ ਸਮਾਪਤ ਹੋ ਗਈ।
ਉਹ ਆਪਣੇ ਦੇਸ਼ ਦੇ ਮਾਣ ਕਰਨ ਲੱਗ ਗਏ। ਇਸ ਤਰ੍ਹਾਂ ਉਹਨਾਂ ਵਿੱਚ ਇੱਕ ਨਵੀਂ ਰਾਸ਼ਟਰੀ ਭਾਵਨਾ ਦਾ ਵਿਕਾਸ ਹੋਇਆ। ਉਹ ਮਹਿਸੂਸ ਕਰਨ ਲੱਗੇ ਕਿ ਉਹ ਆਪਣੀ ਕਿਸਮਤ ਦੇ ਨਿਰਮਾਤਾ ਆਪ ਬਣ ਸਕਦੇ ਹਨ। ਮਾਡਰਨ ਮੀਨਸ ਆਫ ਟਰਾਂਸਪੋਰਟ ਐਂਡ ਕਮਿਊਨੀਕੇਸ਼ਨ, ਆਵਾਜਾਈ ਦੇ ਸੰਚਾਰ ਦੇ ਸਾਧਨ ਅਤੇ ਆਧੁਨਿਕ ਸਾਧਨ। 19ਵੀਂ ਸਦੀ ਵਿੱਚ ਆਵਾਜਾਈ ਦੇ ਸੰਚਾਰ ਨੇ ਆਧੁਨਿਕ ਸਾਧਨਾਂ ਦੇ ਕਾਰਨ ਭਾਰਤੀਆਂ ਵਿੱਚ ਬੜੀ ਤੇਜ਼ੀ ਨਾਲ ਰਾਸ਼ਟਰੀ ਭਾਵਨਾ ਦਾ ਵਿਕਾਸ ਹੋਇਆ। ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਭਾਰਤ ਵਿੱਚ ਆਵਾਜਾਈ ਦੇ ਸਾਧਨ ਬਹੁਤ ਘੱਟ ਸਨ। ਇਸ ਤਰ੍ਹਾਂ ਸਧਾਰਨ ਲੋਕਾਂ ਵਿੱਚ ਸਮਾਜਿਕ, ਆਰਥਿਕ, ਸੱਭਿਆਚਾਰਕ ਲੈਣ ਦੇਣ ਬਹੁਤ ਘੱਟ ਸੀਗਾ। ਨਤੀਜੇ ਵਜੋਂ ਲੋਕਾਂ ਵਿੱਚ ਸਥਾਨਿਕ ਅਤੇ ਜਾਤੀਵਾਦ ਦੀ ਭਾਵਨਾ ਜ਼ਿਆਦਾ ਸੀ। ਅੰਗਰੇਜ਼ਾਂ ਦੇ ਕਾਲ ਵਿੱਚ ਸੰਚਾਰ ਅਤੇ ਆਵਾਜਾਈ ਦੇ ਸਾਧਨਾਂ ਵਿੱਚ ਕ੍ਰਾਂਤੀਕਾਰੀ ਫੇਰਬਦਲ ਹੋਇਆ। ਦੇਸ਼ ਦੀਆਂ ਰੇਲਾਂ ਚਲਾਈਆਂ ਗਈਆਂ, ਸੜਕਾਂ ਦਾ ਨਿਰਮਾਣ ਕੀਤਾ ਗਿਆ, ਡਾਕ ਅਤੇ ਤਾਰ ਘਰਾਂ ਦੀ ਸਥਾਪਨਾ ਕੀਤੀ ਗਈ। ਇਹ ਸਭ ਕਰਨ ਦਾ ਅਸਲੀ ਉਦੇਸ਼ ਤਾਂ ਭਾਰਤ ਦੇ ਸਾਧਨਾਂ ਦੇ ਨਿਕਾਸ ਕੀਤਾ ਜਾਵੇ, ਪਰ ਇਹ ਭਾਰਤੀਆਂ ਲਈ ਵਰਦਾਨ ਸਿੱਧ ਹੋਇਆ। ਰੇਲ ਅਤੇ ਬੱਸਾਂ ਰਾਹੀਂ ਵੱਡੇ ਪੱਧਰ 'ਤੇ ਇੱਕ ਤੋਂ ਦੂਜੀ ਥਾਂ 'ਤੇ ਜਾਣਾ ਆਸਾਨ ਹੋ ਗਿਆ। ਸਮਾਜਿਕ ਅਤੇ ਸੱਭਿਆਚਾਰਕ ਤੌਰ 'ਤੇ ਲੋਕਾਂ ਵਿੱਚ ਲੈਣ ਦੇਣ ਹੋਣ ਲੱਗ ਪਿਆ, ਜਿਸ ਨਾਲ ਲੋਕ ਪੁਰਾਣੇ ਤੰਗ ਘੇਰੇ ਤੋਂ ਬਾਹਰ ਨਿਕਲਣ ਲੱਗੇ। ਉਹਨਾਂ ਵਿੱਚ ਰਾਸ਼ਟਰੀ ਏਕਤਾ ਦੀ ਭਾਵਨਾ ਦਾ ਪ੍ਰਸਾਰ ਹੋਣ ਲੱਗਾ। ਇਸ ਤੋਂ ਇਲਾਵਾ ਇਹਨਾਂ ਸਾਧਨਾਂ ਦੀ ਕਮੀ ਵਿੱਚ ਇਹ ਪੂਰੀ ਤਰ੍ਹਾਂ ਅਸੰਭਵ ਸੀ। ਅੰਗਰੇਜ਼ਾਂ ਵਿਰੁੱਧ ਇੰਨੇ ਵੱਡੇ ਪੱਧਰ 'ਤੇ ਸੰਘਰਸ਼ ਚਲਾਇਆ ਜਾਏ। ਨਵੀਨ ਆਵਾਜਾਈ ਅਤੇ ਸੰਚਾਰ ਸਾਧਨਾਂ ਨੇ ਪਿੰਡਾਂ ਨੂੰ, ਸ਼ਹਿਰਾਂ ਨੂੰ, ਤਹਿਸੀਲਾਂ ਨੂੰ, ਜ਼ਿਲ੍ਹਿਆਂ ਨੂੰ, ਦੇਸ਼ ਨੂੰ ਇੱਕ ਦੂਸਰੇ ਨਾਲ ਜੋੜ ਦਿੱਤਾ ਔਰ ਇਹ ਇੱਕ ਤਰ੍ਹਾਂ ਦਾ ਵਰਦਾਨ ਸਿੱਧ ਹੋਇਆ। ਨੈਕਸਟ, ਇਕਨੋਮਿਕ ਐਕਸਪਲੋਇਟੇਸ਼ਨ ਆਫ ਇੰਡੀਆ, ਭਾਰਤ ਦਾ ਆਰਥਿਕ ਸ਼ੋਸ਼ਣ। ਇਸ ਗੱਲ ਤੋਂ ਕੋਈ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਅੰਗਰੇਜ਼ਾਂ ਵੱਲੋਂ ਅਪਣਾਈ ਗਈ ਆਰਥਿਕ ਸ਼ੋਸ਼ਣ ਦੀ ਨੀਤੀ ਅੰਗਰੇਜ਼ਾਂ ਦੇ ਪ੍ਰਤੀ ਭਾਰਤੀਆਂ ਦੀ ਨਫ਼ਰਤ ਅਤੇ ਰਾਸ਼ਟਰੀ ਏਕਤਾ ਦੀ ਭਾਵਨਾ ਦੇ ਵਿਕਾਸ ਲਈ ਜ਼ਿੰਮੇਵਾਰ ਸੀ। 18ਵੀਂ ਸਦੀ ਦੇ ਮੱਧ ਤੱਕ ਭਾਰਤ ਵਪਾਰ ਅਤੇ ਉਦਯੋਗਾਂ ਵਿੱਚ ਕਾਫੀ ਉੱਨਤ ਅਤੇ ਖੁਸ਼ਹਾਲ ਸੀ। ਬ੍ਰਿਟਿਸ਼ ਲੋਕਾਂ ਵੱਲੋਂ ਅਪਣਾਈ ਗਈ ਆਰਥਿਕ ਨੀਤੀ ਨੇ ਨਾ ਸਿਰਫ ਭਾਰਤੀ ਖੇਤੀ ਨੂੰ ਬਰਬਾਦ ਕਰ ਦਿੱਤਾ, ਬਲਕਿ ਭਾਰਤੀ ਉਦਯੋਗਾਂ ਨੂੰ ਕੰਗਾਲ ਕਰ ਦਿੱਤਾ। ਅੰਗਰੇਜ਼ਾਂ ਨੇ ਭਾਰਤ ਦੀ ਜਿੱਤ ਤੋਂ ਬਾਅਦ ਇੱਥੋਂ ਦੀ ਭੂਮੀ ਵਿਵਸਥਾ ਵਿੱਚ ਕ੍ਰਾਂਤੀਕਾਰੀ ਫੇਰਬਦਲ ਕਰਨੇ ਸ਼ੁਰੂ ਕੀਤੇ। ਨਵੀਂ ਭੂਮੀ ਵਿਵਸਥਾ ਵਿੱਚ ਪਿੰਡ ਦੀ ਜ਼ਮੀਨ ਅਤੇ ਪਿੰਡ ਦੇ ਲੋਕਾਂ ਦੀ ਮਲਕੀਅਤ ਖਤਮ ਹੋ ਗਈ। ਜ਼ਮੀਨਾਂ ਦਾ ਮਾਲਕ ਇੱਕ ਨਵੇਂ ਜ਼ਿਮੀਂਦਾਰ ਵਰਗ ਨੂੰ ਬਣਾਇਆ ਗਿਆ। ਉਹਨਾਂ ਨੇ ਕਿਸਾਨਾਂ ਦਾ ਸ਼ੋਸ਼ਣ ਕਰਨ ਵਿੱਚ ਕੋਈ ਕਸਰ ਬਾਕੀ ਨਾ ਛੱਡੀ। ਉਹਨਾਂ ਨੇ ਭੂਮੀ ਕਰ ਵਿੱਚ ਬਹੁਤ ਵਾਧਾ ਕਰ ਦਿੱਤਾ। ਦੂਸਰਾ, ਅੰਗਰੇਜ਼ਾਂ ਨੇ ਭੂਮੀ ਕਰ ਨੂੰ ਨਿਸ਼ਚਿਤ ਕਰਨ ਲਈ ਇੱਕ ਨਵਾਂ ਉਪਾਅ ਕੱਢਿਆ। ਪਹਿਲਾਂ ਭੂਮੀ ਕਰ ਨੂੰ ਉਤਪਾਦਨ ਦੇ ਆਧਾਰ 'ਤੇ ਨਿਸ਼ਚਿਤ ਕੀਤਾ ਜਾਂਦਾ ਸੀ, ਜਿਸ ਨਾਲ ਥਾਂ-ਥਾਂ 'ਤੇ ਅਲੱਗ-ਅਲੱਗ ਤਰ੍ਹਾਂ ਦਾ ਭੂਮੀ ਕਰ ਪ੍ਰਬੰਧ ਸੀਗਾ। ਪਰ ਹੁਣ ਇਸ ਨੂੰ ਕੁੱਲ ਖੇਤੀ ਕੀਤੀ ਗਈ ਜ਼ਮੀਨ ਦੇ ਆਧਾਰ 'ਤੇ ਨਿਸ਼ਚਿਤ ਕੀਤਾ ਜਾਣ ਲੱਗਾ। ਨਤੀਜੇ ਵਜੋਂ ਜਿਸ ਸਾਲ ਫਸਲ ਬੁਰੀ ਹੁੰਦੀ, ਉਸ ਸਾਲ ਕਿਸਾਨਾਂ ਨੂੰ ਭਾਰੀ ਵਿਆਜ 'ਤੇ ਕਰਜ਼ਾ ਲੈਣ ਲਈ ਮਜਬੂਰ ਹੋਣਾ ਪੈਂਦਾ ਸੀ। ਇਸ ਚੱਕਰ ਵਿੱਚ ਉਹ ਸਾਰੀ ਉਮਰ ਕਰਜ਼ੇ ਵਿੱਚ ਦੱਬੇ ਰਹਿੰਦੇ ਸਨ। ਇਹਨਾਂ ਸਾਰੇ ਕਾਰਨਾਂ ਨੇ ਭਾਰਤੀ ਕਿਸਾਨਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ। ਬ੍ਰਿਟਿਸ਼ ਸਰਕਾਰ ਨੇ ਭਾਰਤ ਦੀ ਪਰੰਪਰਾਵਾਦੀ ਅਰਥ ਵਿਵਸਥਾ ਦੀ ਇਸ ਫੇਰਬਦਲ ਕੀਤੇ ਗਏ ਦਾ ਢਾਂਚਾ ਇੱਕ ਝਟਕੇ ਨਾਲ ਲੜਖੜਾ ਗਿਆ। ਨਤੀਜੇ ਵਜੋਂ ਭਾਰਤ ਦਾ ਹੱਥ ਖੱਡੀ ਉਦਯੋਗ ਤਬਾਹੀ ਦੇ ਕੰਢੇ 'ਤੇ ਪਹੁੰਚ ਗਿਆ, ਜਦਕਿ ਜੋ ਘਰੇਲੂ ਉਦਯੋਗ ਸੀ ਉਹ ਵੀ ਬਰਬਾਦ ਹੋਣ ਲੱਗ ਪਿਆ। ਭਾਰਤ ਬ੍ਰਿਟਿਸ਼ ਉਦਯੋਗਾਂ ਨੂੰ ਤਿਆਰ ਮਾਲ ਦੀ ਮੰਡੀ ਅਤੇ ਕੱਚੇ ਮਾਲ ਨੂੰ ਉਪਲਬਧ ਕਰਨ ਵਾਲਾ ਦੇਸ਼ ਸਮਝਦਾ ਸੀਗਾ, ਬਟ ਉਹਨਾਂ ਵੱਲੋਂ ਕੀਤਾ ਜਾ ਰਿਹਾ ਕੱਚੇ ਮਾਲ ਦਾ ਬਹੁਤ ਉਪਯੋਗ ਨੇ ਇੱਥੋਂ ਦੀ ਜਿਹੜੀ ਉਦਯੋਗਿਕ ਇੰਡਸਟਰੀ ਸੀ ਉਸ ਨੂੰ ਬਰਬਾਦ ਕਰ ਦਿੱਤਾ। ਇਸ ਨੇ ਲੋਕਾਂ ਨੂੰ ਇੱਕ ਦੂਸਰੇ ਦੇ ਨਾਲ ਲੈ ਆਂਦਾ। ਪਾਲਿਸੀ ਆਫ ਐਕਸਕਲੂਡਿੰਗ ਇੰਡੀਅਨਸ ਫਰੋਮ ਹਾਇਰ ਪੋਸਟ, ਭਾਰਤੀਆਂ ਨੂੰ ਉੱਚੇ ਅਹੁਦਿਆਂ ਤੋਂ ਵਾਂਝੇ ਰੱਖਣ ਦੀ ਨੀਤੀ। ਅੰਗਰੇਜ਼ਾਂ ਵੱਲੋਂ ਭਾਰਤੀਆਂ ਨੂੰ ਉੱਚੇ ਅਹੁਦਿਆਂ ਤੋਂ ਵਾਂਝੇ ਰੱਖਣ ਦੀ ਨੀਤੀ ਵੀ ਭਾਰਤੀ ਲੋਕ ਪੜ੍ਹੇ ਲਿਖੇ ਸਨ, ਉਹਨਾਂ ਵਿੱਚ ਰਾਸ਼ਟਰੀ ਚੇਤਨਾ ਪੈਦਾ ਕਰਨ ਦਾ ਇੱਕ ਮੁੱਖ ਕਾਰਨ ਬਣੀ। 1833 ਦੇ ਐਕਟ ਵਿੱਚ ਇਹ ਘੋਸ਼ਣਾ ਕੀਤੀ ਗਈ ਕਿ ਭਾਰਤ ਦੇ ਉੱਚੇ ਪ੍ਰਸ਼ਾਸਨਿਕ ਅਹੁਦੇ ਸਾਰਿਆਂ ਲਈ ਖੋਲ੍ਹ ਦਿੱਤੇ ਜਾਣਗੇ। ਜਾਤ ਪਾਤ, ਰੰਗ, ਧਰਮ, ਨਸਲ ਦਾ ਭੇਦਭਾਵ ਨਹੀਂ ਕੀਤਾ ਜਾਵੇਗਾ। 1858 ਵਿੱਚ ਮਹਾਰਾਣੀ ਵਿਕਟੋਰੀਆ ਨੇ ਘੋਸ਼ਣਾ ਨੂੰ ਦੁਹਰਾਇਆ, ਪਰ ਜਿਵੇਂ ਕਿ ਹੁੰਦਾ ਆਇਆ ਸੀ, ਅੰਗਰੇਜ਼ਾਂ ਨੇ ਕਦੀ ਵੀ ਆਪਣੇ ਵਚਨ ਦਾ ਪਾਲਣ ਨਹੀਂ ਕੀਤਾ। ਇਸ ਦੇ ਉਲਟ ਭਾਰਤੀਆਂ ਨੂੰ ਉੱਚੇ ਸਰਕਾਰੀ ਅਹੁਦਿਆਂ ਤੋਂ ਹਟਾਉਣ ਦੀਆਂ ਕੋਸ਼ਿਸ਼ਾਂ
ਜਾਰੀ ਹੋ ਗਈਆਂ। ਭਾਰਤੀਆਂ ਲਈ ਇੰਡੀਅਨ ਸਿਵਲ ਸੇਵਾ ਵਿੱਚ ਦਾਖਲਾ ਮੁਸ਼ਕਿਲ ਕਰ ਦਿੱਤਾ ਗਿਆ। ਇਸ ਦੀ ਪ੍ਰੀਖਿਆ ਲੰਦਨ ਵਿੱਚ ਹੁੰਦੀ ਸੀ। ਇਸ ਦੇ ਲਈ ਜ਼ਿਆਦਾ ਤੋਂ ਜ਼ਿਆਦਾ ਉਮਰ ਦੀ ਹੱਦ 21 ਸਾਲ ਕਰ ਦਿੱਤੀ ਗਈ। ਨਤੀਜੇ ਵਜੋਂ ਜ਼ਿਆਦਾਤਰ ਭਾਰਤੀ ਇਸ ਵਿੱਚ ਦਾਖਲੇ ਤੋਂ ਵਾਂਝੇ ਹੋ ਜਾਂਦੇ ਸਨ। ਇਸ ਦੇ ਬਾਵਜੂਦ ਕੁਝ ਭਾਰਤੀਆਂ ਨੇ ਇਸ ਪ੍ਰੀਖਿਆ ਨੂੰ ਪਾਸ ਕਰਕੇ ਅੰਗਰੇਜ਼ਾਂ ਦਾ ਅਭਿਮਾਨ ਤੋੜਿਆ। ਅੰਗਰੇਜ਼ਾਂ ਨੇ ਉਹਨਾਂ ਨੂੰ ਪਰੇਸ਼ਾਨ ਕਰਨ ਲਈ ਕੋਈ ਕਸਰ ਨਹੀਂ ਛੱਡੀ। ਸੁਰਿੰਦਰ ਨਾਥ ਬੈਨਰਜੀ, ਅਰਵਿੰਦ ਘੋਸ਼ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ। ਇਸ ਨਾਲ ਲੋਕਾਂ ਵਿੱਚ ਗੁੱਸਾ ਪੈਦਾ ਹੋ ਗਿਆ। ਸੁਰਿੰਦਰ ਨਾਥ ਬੈਨਰਜੀ ਨੇ 1876 ਵਿੱਚ ਇੰਡੀਅਨ ਐਸੋਸੀਏਸ਼ਨ ਦੀ ਸਥਾਪਨਾ ਕਰਕੇ ਜਨਤਾ ਨੂੰ ਜਾਗਰਿਤ ਕਰਨਾ ਸ਼ੁਰੂ ਕਰ ਦਿੱਤਾ। 1876 ਵਿੱਚ ਹੀ ਅੰਗਰੇਜ਼ੀ ਸਰਕਾਰ ਨੇ ਸਿਵਲ ਸਰਵਿਸ ਲਈ ਉਮਰ 21 ਸਾਲ ਤੋਂ ਘਟਾ ਕੇ 19 ਸਾਲ ਕਰ ਦਿੱਤੀ। ਸਰਕਾਰ ਦੀ ਇਸ ਨੀਤੀ ਨੇ ਭਾਰਤੀ ਰਾਸ਼ਟਰਵਾਦੀ ਜੜ੍ਹਾਂ ਨੂੰ ਹੋਰ ਮਜ਼ਬੂਤ ਕਰ ਦਿੱਤਾ। ਸੁਰਿੰਦਰ ਨਾਥ ਬੈਨਰਜੀ ਨੇ ਇਸ ਦੇ ਵਿਰੋਧ ਵਿੱਚ ਪੂਰੇ ਦੇਸ਼ ਦਾ ਦੌਰਾ ਕਰਕੇ ਪੂਰੇ ਦੇਸ਼ ਵਿੱਚ ਅੰਦੋਲਨ ਚਲਾਇਆ।